Good morning, students. Today we are going to continue our first chapter, and in this chapter, I am going to discuss about the ninth topic of this chapter, and it is the last topic of this chapter. ਇਹ ਬਿਲਕੁਲ ਲਾਸਟ concept ਆ ਤੁਹਾਡੇ ਇਸ ਚੈਪਟਰ ਦਾ, and the topic is qualitative characteristics of accounting informations. ਕਿ ਕਿਹੜੀਆਂ ਕੁਆਲਿਟੀਜ਼ ਦਾ ਹੋਣਾ ਬਹੁਤ ਜ਼ਰੂਰੀ ਆ ਇੱਕ ਅਕਾਊਂਟਿੰਗ ਇਨਫੋਰਮੇਸ਼ਨਸ ਨੂੰ ਪੂਰਾ ਕਰਨ ਦੇ ਲਈ, ਇੱਕ ਵਧੀਆ ਅਕਾਊਂਟਿੰਗ ਇਨਫੋਰਮੇਸ਼ਨ ਬਣਾਉਣ ਦੇ ਲਈ। ਕੋਈ ਵੀ ਅਕਾਊਂਟਿੰਗ ਇਨਫੋਰਮੇਸ਼ਨ ਆ ਉਹਦੇ ਵਿੱਚ ਕੁਆਲਿਟੀ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਇਹ ਮੰਨਿਆ ਜਾਂਦਾ ਕਿ ਬਿਨਾਂ ਕੁਆਲਿਟੀ ਤੋਂ, ਬਿਨਾਂ ਵਧੀਆ ਇਨਫੋਰਮੇਸ਼ਨ ਤੋਂ ਜਿਹੜੀ ਅਕਾਊਂਟਿੰਗ ਡਾਟਾ ਹੈ ਉਹ ਯੂਜ਼ਫੁਲ ਹੋ ਹੀ ਨਹੀਂ ਸਕਦਾ। ਤਾਂ ਉਹਦੇ ਲਈ ਆਪਣੇ ਕੋਲ ਕੁਝ ਪੁਆਇੰਟਸ ਹੋਣਗੇ। ਫਸਟ ਹੋਏਗਾ ਰਿਲਾਈਏਬਿਲਟੀ। ਰਿਲਾਈਏਬਿਲਟੀ ਨੂੰ ਅਸੀਂ ਵਿਸ਼ਵਾਸਯੋਗਤਾ ਬੋਲਦੇ ਹਾਂ। ਮਤਲਬ ਕਿ ਜੋ ਇਨਫੋਰਮੇਸ਼ਨ ਸਾਨੂੰ ਮਿਲ ਰਹੀ ਆ ਅਸੀਂ ਉਹਦੇ 'ਤੇ ਟਰਸਟ ਕਰ ਸਕਦੇ ਹਾਂ, ਭਰੋਸਾ ਕਰ ਸਕਦੇ ਹਾਂ ਜਾਂ ਨਹੀਂ। ਤਾਂ ਇਸੇ ਲਈ ਕਹਿੰਦੇ ਜਿਹੜੀ ਅਕਾਊਂਟਿੰਗ ਇਨਫੋਰਮੇਸ਼ਨ ਆ ਉਹ ਇੰਨੀ ਕੁ ਜ਼ਿਆਦਾ ਰਿਲਾਏਬਲ ਹੋਣੀ ਚਾਹੀਦੀ ਆ, ਭਰੋਸੇਯੋਗ ਹੋਣੀ ਚਾਹੀਦੀ ਆ ਕਿ ਇੱਕ ਇਨਸਾਨ ਆ ਜਿਹੜਾ ਉਹ 'ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰ ਸਕੇ। ਔਰ ਇਹਦੇ ਵਿੱਚ ਸਿਰਫ ਰਿਲਾਏਬਲ ਜਿਹੜੀ ਜ਼ਰੂਰੀ ਇਨਫੋਰਮੇਸ਼ਨ ਆ ਉਹੀ ਪਾਈ ਜਾਣੀ ਚਾਹੀਦੀ ਆ। ਉਹ ਇਨਫੋਰਮੇਸ਼ਨ ਜਿਹਦੇ ਵਿੱਚ ਕੋਈ ਵੀ ਐਰਰ ਨਾ ਹੋਵੇ। ਠੀਕ ਹੈ, ਐਰਰ ਦਾ ਮਤਲਬ ਹੁੰਦਾ ਕਿ ਗਲਤੀਆਂ, ਔਰ ਬਾਇਸ ਹੁੰਦਾ ਕਿ ਕਿਸੇ ਤਰੀਕੇ ਦਾ ਭੇਦਭਾਵ ਨਾ ਹੋਵੇ, ਬਿਨਾਂ ਗਲਤੀਆਂ ਔਰ ਭੇਦਭਾਵ ਤੋਂ ਜਿਹੜੀ ਅਲੱਗ ਹੋਵੇ। ਠੀਕ ਹੈ, ਟ੍ਰਾਂਜੈਕਸ਼ਨ ਜਿਹੜੀ ਵੀ ਰਿਕਾਰਡ ਹੋਊਗੀ ਉਹ ਇੰਨੀ ਕੁ ਜ਼ਿਆਦਾ ਫੇਥਫੁਲ ਹੋਣੀ ਚਾਹੀਦੀ ਆ। ਠੀਕ ਹੈ, ਤਾਂ ਕਿ ਕੋਈ ਵੀ ਪਰਸਨ ਆ ਜਿਹੜਾ ਉਹਨੂੰ ਇੱਕ ਡਾਕੂਮੈਂਟਰੀ ਐਵੀਡੈਂਸ ਦੀ ਤਰ੍ਹਾਂ ਵਰਤ ਸਕੇ ਵੀ ਜਦੋਂ ਇਨ ਕੇਸ ਉਹਨੂੰ ਐਮਰਜੈਂਸੀ ਦੇ ਵਿੱਚ ਅਕਾਊਂਟਿੰਗ ਇਨਫੋਰਮੇਸ਼ਨ ਦੀ ਜ਼ਰੂਰਤ ਪੈਂਦੀ ਆ ਤਾਂ ਉਹ ਪੂਰੇ ਭਰੋਸੇ ਨਾਲ, ਪੂਰੇ ਵਿਸ਼ਵਾਸ ਦੇ ਨਾਲ ਉਸ ਇਨਫੋਰਮੇਸ਼ਨ ਨੂੰ ਕੋਰਟ ਦੇ ਵਿੱਚ ਆਪਦਾ ਡਾਕੂਮੈਂਟਰੀ ਐਵੀਡੈਂਸ ਸ਼ੋ ਕਰ ਸਕੇ। ਦੂਸਰਾ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਇਨਫੋਰਮੇਸ਼ਨ ਆ ਉਹਦੇ ਵਿੱਚ ਫਾਈਨੈਂਸ਼ੀਅਲ ਸਟੇਟਮੈਂਟ ਆ ਉਹ ਜਿਹੜੀ ਜ਼ਰੂਰ ਲਿਖੀ ਹੋਣੀ ਚਾਹੀਦੀ ਆ। ਫਾਈਨੈਂਸ਼ੀਅਲ ਸਟੇਟਮੈਂਟ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਫਾਈਨੈਂਸ਼ੀਅਲ ਸਟੇਟਮੈਂਟ ਆ ਉਹ ਸਾਨੂੰ ਇਹ ਦੱਸਦੀ ਆ ਕਿ ਬਿਜ਼ਨਸ ਦੇ ਵਿੱਚ ਕੀ ਚੱਲ ਰਿਹਾ। ਪਰ ਇਹ ਜਿਹੜੀ ਸਟੇਟਮੈਂਟ ਆ ਇਹ ਅਸੀਂ ਕਹਿ ਸਕਦੇ ਹਾਂ ਕਿ ਨਿਊਟਰਲ ਹੋਣੀ ਚਾਹੀਦੀ ਹੈ। ਨਿਊਟਰਲ ਦਾ ਮਤਲਬ ਹੁੰਦਾ ਕਿ ਪੱਖਪਾਤ ਤੋਂ ਰਹਿਤ, ਨਿਰਪੱਖ ਹੋਣੀ ਚਾਹੀਦੀ ਹੈ, ਪੱਖਪਾਤ ਨਹੀਂ ਹੋਣਾ ਚਾਹੀਦਾ। ਨਿਰਪੱਖ ਨੂੰ ਅਸੀਂ ਨਿਊਟਰਲ ਬੋਲਦੇ ਹਾਂ। ਔਰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰੈਜੂਡਾਈਸ ਨਹੀਂ ਹੋਣਾ ਚਾਹੀਦਾ। ਪੱਖਪਾਤ, ਭੇਦਭਾਵ ਆ ਜਿਹੜਾ ਉਹ ਕਿਸੇ ਵੀ ਪਰਸਨ ਦੇ ਨਾਲ ਜਾਂ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹੋਣਾ ਚਾਹੀਦਾ। ਤਾਂ ਕਹਿ ਸਕਦੇ ਹਾਂ ਕਿ ਇਨਫੋਰਮੇਸ਼ਨ ਹੈ ਜਿਹੜੀ ਇੱਦਾਂ ਦੀ ਹੋਵੇ ਜਿਹਦੇ 'ਤੇ ਟਰਸਟ ਕੀਤਾ ਜਾ ਸਕੇ, ਵਿਸ਼ਵਾਸ ਕੀਤਾ ਜਾ ਸਕੇ। ਸੈਕਿੰਡ ਹੈ ਰੈਲੇਵੈਂਸ। ਰੈਲੇਵੈਂਸ ਦਾ ਮਤਲਬ ਹੁੰਦਾ ਸੰਬੰਧਿਤ, ਕਿ ਇਨਫੋਰਮੇਸ਼ਨ ਹੈ ਜਿਹੜੀ ਉਹ ਕਿਸ ਚੀਜ਼ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ, ਇਹਦਾ ਵੀ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਜਾਂ ਇਹ ਚੀਜ਼ ਬਿਲਕੁਲ ਕਲੀਅਰ ਹੋਣੀ ਚਾਹੀਦੀ ਆ ਕਿ ਇਨਫੋਰਮੇਸ਼ਨ ਕਿਸ ਚੀਜ਼ ਦੇ ਲਈ ਬਣਾਈ ਜਾ ਰਹੀ ਆ। ਠੀਕ ਹੈ, ਤਾਂ ਬੇਸਿਕਲੀ ਜਿਹੜੀ ਅਕਾਊਂਟਿੰਗ ਇਨਫੋਰਮੇਸ਼ਨ ਆ ਉਹ ਡਿਸੀਜ਼ਨ ਜਿਹੜੇ ਬਣਾਏ ਜਾਂਦੇ ਆ ਜਾਂ ਡਿਸੀਜ਼ਨ ਲਏ ਜਾਂਦੇ ਆ ਕਿਸੇ ਵੀ ਫਰਮ ਦੇ ਵਿੱਚ, ਉਹਨਾਂ ਨੂੰ ਕ੍ਰੀਏਟ ਕਰਨ ਦੇ ਲਈ ਜ਼ਰੂਰੀ ਹੁੰਦੀ ਆ। ਇੱਕ ਪਰਸਨ ਆ ਜਿਹੜਾ ਯੂਜ਼ਰ ਆ ਉਹ ਇਨਫੋਰਮੇਸ਼ਨ ਨੂੰ ਤਾਂ ਹੀ ਲਏਗਾ ਜੇ ਉਹਨੂੰ ਲੱਗਦਾ ਕਿ ਇਹ ਮੇਰੇ ਡਿਸੀਜ਼ਨ ਲੈਣ ਦੇ ਵਿੱਚ ਹੈਲਪ ਕਰ ਸਕਦੀ ਆ। ਔਰ ਇਹ ਜਿਹੜੇ ਡਿਸੀਜ਼ਨ ਹੋਣਗੇ ਜ਼ਿਆਦਾਤਰ ਇਕਨੋਮਿਕਲ ਹੋਣਗੇ। ਠੀਕ ਹੈ, ਜੋ ਕਿ ਇੱਕ ਪਰਸਨ ਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਿਸ ਚੀਜ਼ ਦੇ ਵਿੱਚ, ਇੱਕ ਪਰਫੋਰਮੈਂਸ ਨੂੰ ਇਵੈਲੂਏਟ ਕਰਨ ਦੇ ਲਈ, ਜੋ ਕਿ ਪਾਸਟ ਵੀ ਹੋ ਸਕਦੀ ਆ, ਪ੍ਰੈਜੈਂਟ ਵੀ ਹੋ ਸਕਦੀ ਆ ਔਰ ਫਿਊਚਰ ਵੀ ਹੋ ਸਕਦੀ ਆ। ਉਹਨੇ ਜਿੰਨੇ ਵੀ ਇਵੈਂਟਸ ਹੋਣ ਵਾਲੇ ਆ ਜਾਂ ਜਿਹੜੇ ਇਵੈਂਟਸ ਰਹਿੰਦੇ ਆ, ਠੀਕ ਹੈ, ਉਹਨਾਂ ਸਾਰਿਆਂ ਦੀ ਇਵੈਲੂਏਸ਼ਨ ਕਰਨ ਦੇ ਲਈ, ਉਹਨਾਂ ਦੀ ਇੱਕ ਜੱਜਮੈਂਟ ਕਰਨ ਦੇ ਲਈ ਇਹਨਾਂ ਸਾਰੇ ਰਿਕਾਰਡਸ ਨੂੰ ਪ੍ਰਪੇਅਰ ਕਰਨਗੇ। ਔਰ ਰੈਲੇਵੈਂਟ ਹੋਣ ਦੇ ਨਾਲ ਨਾਲ ਇਹ ਜਿਹੜੀ ਇਨਫੋਰਮੇਸ਼ਨ ਹੈ ਇਹਨਾਂ ਸਾਰੇ ਰਿਕਾਰਡਸ ਦੇ ਨਾਲ ਬਿਲਕੁਲ ਜੁੜੀ ਹੋਏਗੀ। ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀ ਅਕਾਊਂਟਿੰਗ ਇਨਫੋਰਮੇਸ਼ਨ ਹੋਏਗੀ ਉਹਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਹੈ ਜਿਹੜੀ ਓਵਰਬਰਡਨ ਨਹੀਂ ਹੋਣੀ ਚਾਹੀਦੀ, ਵੀ ਜ਼ਿਆਦਾ ਉਹਦੇ 'ਤੇ ਬੋਝ ਨਹੀਂ ਪਾਇਆ ਹੋਣਾ ਚਾਹੀਦਾ ਇਨਫੋਰਮੇਸ਼ਨ ਦੇ ਵਿੱਚ, ਕਿ ਜ਼ਿਆਦਾ ਕੰਪਲੈਕਸ ਨਹੀਂ ਹੋਣੀ ਚਾਹੀਦੀ। ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਸਾਨੂੰ ਸਿਰਫ ਉਹੀ ਇਨਫੋਰਮੇਸ਼ਨ ਪਾਉਣੀ ਚਾਹੀਦੀ ਆ ਜਿਹੜੀ ਕਿਸੇ ਨਾ ਕਿਸੇ ਪੁਆਇੰਟ ਦੇ ਨਾਲ ਜੁੜੀ ਹੋਵੇ। ਅਨਇੰਪੋਰਟੈਂਟ ਇਨਫੋਰਮੇਸ਼ਨ ਸਾਨੂੰ ਅਵੋਇਡ ਕਰ ਦੇਣੀ ਚਾਹੀਦੀ ਹੈ। ਸਿਰਫ ਔਰ ਸਿਰਫ ਇੰਪੋਰਟੈਂਟ ਜਾਣਕਾਰੀ ਹੀ ਰੱਖਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਜਿਹੜੇ ਨੁਕਸਾਨ ਨੇ ਇਨ ਫਿਊਚਰ ਦੇ ਵਿੱਚ ਉਹਨਾਂ ਨੂੰ ਅਵੋਇਡ ਕੀਤਾ ਜਾ ਸਕੇ। ਅੱਗੇ ਹੈ ਅੰਡਰਸਟੈਂਡੇਬਿਲਟੀ। ਅੰਡਰਸਟੈਂਡੇਬਿਲਟੀ ਦਾ ਮਤਲਬ ਹੁੰਦਾ ਕਿ ਸਮਝਣਯੋਗ। ਅਕਾਊਂਟਿੰਗ ਇਨਫੋਰਮੇਸ਼ਨ ਹੈ ਜਿਹੜੀ ਅਸੀਂ ਰਿਕਾਰਡ ਕਰ ਰਹੇ ਹਾਂ, ਉਹ ਪ੍ਰੈਜੈਂਟ ਜਿਹੜੀ ਇਨਫੋਰਮੇਸ਼ਨ ਕਰ ਰਹੇ ਹਾਂ ਉਹ ਬਿਲਕੁਲ ਸਿੰਪਲ ਲੈਂਗੁਏਜ ਦੇ ਵਿੱਚ ਹੋਣੀ ਚਾਹੀਦੀ ਆ, ਵੀ ਬਹੁਤ ਜ਼ਿਆਦਾ ਕੰਪਲੈਕਸ ਨਹੀਂ ਹੋਣੀ ਚਾਹੀਦੀ। ਜਾਂ ਇਹ ਕਹਿ ਸਕਦੇ ਹਾਂ ਵੀ ਇੰਨੀ ਕੁ ਜ਼ਿਆਦਾ ਉਹਨੂੰ ਔਖਾ ਨਹੀਂ ਬਣਾਇਆ ਹੋਣਾ ਚਾਹੀਦਾ ਸਟੇਟਮੈਂਟ ਨੂੰ ਕਿ ਕੋਈ ਵੀ ਪਰਸਨ ਉਹਨੂੰ ਪੜ੍ਹ ਹੀ ਨਾ ਪਾਵੇ, ਜਾਂ ਕੋਈ ਵੀ ਇਨਸਾਨ
ਇੰਨਾ ਕੁ ਏਬਲ ਨਾ ਹੋਵੇ ਕਿ ਉਹਨੂੰ ਅੰਡਰਸਟੈਂਡ ਕਰ ਸਕੇ ਔਰ ਨਾ ਹੀ ਕੋਈ ਇੰਟਰਸਟ ਕ੍ਰੀਏਟ ਕਰ ਸਕੇ ਇਨਫੋਰਮੇਸ਼ਨ ਨੂੰ ਪੜ੍ਹਨ ਦੇ ਲਈ। ਤਾਂ ਸਿੰਪਲੀ ਅਸੀਂ ਕਹਿ ਸਕਦੇ ਹਾਂ ਕਿ ਇਨਫੋਰਮੇਸ਼ਨ ਮਸਟ ਬੀ ਕਨਸੀਵ, ਬਰੀਫ, ਐਗਜ਼ੈਕਟ ਔਰ ਹਾਂਜੀ ਇੰਟੈਲੀਜੀਬਲ। ਇਹਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਇਨਫੋਰਮੇਸ਼ਨ ਹੈ ਜਿਹੜੀ ਸਾਡੇ ਕੋਲ ਸੰਖੇਪ, ਸਹੀ ਔਰ ਸਿਆਣਪਤਾ ਜਿਹਨੂੰ ਅਸੀਂ ਇੰਟੈਲੀਜੀਬਲ ਕਹਿ ਸਕਦੇ ਹਾਂ ਕਿ ਬਿਲਕੁਲ ਸਹੀ ਹੋਣੀ ਚਾਹੀਦੀ ਹੈ, ਐਗਜ਼ੈਕਟ ਹੋਣੀ ਚਾਹੀਦੀ ਹੈ, ਜਿੰਨੀ ਕੁ ਸਾਨੂੰ ਜ਼ਰੂਰੀ ਆ ਅੰਡਰਸਟੈਂਡ ਕਰਨ ਦੇ ਲਈ, ਸਮਝਣ ਦੇ ਲਈ। ਕਹਿੰਦੇ ਅਗਰ ਇਨਫੋਰਮੇਸ਼ਨ ਆ ਜਿਹੜੀ ਉਹ ਰੈਲੀਵੈਂਟ ਨਹੀਂ ਹੋਊਗੀ ਤਾਂ ਉਹਦੇ ਲਈ ਸਾਨੂੰ ਡਿਸੀਜ਼ਨ ਮੇਕਿੰਗ ਕਰਨੀ ਜਿਹੜੀ ਉਹ ਔਖੀ ਹੋ ਜਾਏਗੀ। ਕਹਿ ਸਕਦੇ ਹਾਂ ਕਿ ਕੰਪਲੈਕਸ ਇਨਫੋਰਮੇਸ਼ਨ ਹੈ ਜਿਹੜੀ ਉਹ ਸਾਨੂੰ ਨਹੀਂ ਪਾਉਣੀ ਚਾਹੀਦੀ, ਜਿਹੜੀ ਕਿ ਯੂਜ਼ਰ ਨੂੰ ਪੜ੍ਹਨੀ ਨਾ ਆਵੇ, ਜਾਂ ਇਹ ਕਹਿ ਸਕਦੇ ਹਾਂ ਕਿ ਕੋਈ ਇਨਸਾਨ ਉਹਨੂੰ ਸਮਝ ਹੀ ਨਾ ਸਕੇ। ਔਖੀ ਜਿਹੜੀ ਇਨਫੋਰਮੇਸ਼ਨ ਆ ਜਾਂ ਔਖੀ ਲੈਂਗੁਏਜ ਆ ਉਹਨੂੰ ਕਿਤੇ ਨਾ ਕਿਤੇ ਅਵੋਇਡ ਕਰਨਾ ਜ਼ਰੂਰੀ ਆ। ਕਿਉਂਕਿ ਅਵੋਇਡ ਕਰਨ ਦੇ ਨਾਲ ਸਾਡੀ ਜਿਹੜੀ ਸਟੇਟਮੈਂਟ ਆ ਉਹ ਸਹੀ ਬਣ ਸਕਦੀ ਆ। ਅੱਗੇ ਹੈ ਕੰਪੈਰੇਟੇਬਿਲਿਟੀ। ਕੰਪੇਅਰ ਕਰਨ ਦਾ ਮਤਲਬ ਹੁੰਦਾ ਕਿ ਕਿਸੇ ਚੀਜ਼ ਨੂੰ ਆਪਸ ਦੇ ਵਿੱਚ ਤੁਲਨਾ ਕਰਨੀ, ਕਿ ਦੋ ਚੀਜ਼ਾਂ ਦੀ ਆਪਸ ਦੇ ਵਿੱਚ ਤੁਲਨਾ ਕਰਨੀ। ਕੰਪੇਰੇਬਿਲਟੀ ਦੇ ਵਿੱਚ ਕੀ ਆ ਜਾਏਗਾ ਕਿ ਜਿਹੜਾ ਇੱਕ ਪਰਸਨ ਆ ਉਹ ਇੰਨਾ ਕੁ ਕਾਬਿਲ ਹੋਵੇ ਕਿ ਉਹ ਆਪਣੀ ਇਨਫੋਰਮੇਸ਼ਨ ਆ ਜਿਹੜੀ ਉਹ ਕਿਸੇ ਹੋਰ ਐਂਟਰਪ੍ਰਾਈਜ਼ ਦੀ ਇਨਫੋਰਮੇਸ਼ਨ ਦੇ ਨਾਲ ਕੰਪੇਅਰ ਕਰ ਸਕੇ। ਉਹਦੀ ਇਨਫੋਰਮੇਸ਼ਨ ਇੰਨੀ ਕੁ ਕਲੀਅਰ ਹੋਣੀ ਚਾਹੀਦੀ ਆ, ਉਹਦਾ ਜਿਹੜਾ ਪਰਪਸ ਆ, ਮਕਸਦ ਆ ਜਿਹੜਾ ਫਾਈਨੈਂਸ਼ੀਅਲ ਇਨਫੋਰਮੇਸ਼ਨ ਦਾ, ਉਹ ਪੂਰੀ ਤਰ੍ਹਾਂ ਕਲੀਅਰ ਹੋ ਜਾਣਾ ਚਾਹੀਦਾ ਤਾਂ ਕਿ ਉਹ ਆਪਣੀ ਜਾਣਕਾਰੀ ਨੂੰ ਕਿਸੇ ਦੂਸਰੇ ਦੀ ਜਾਣਕਾਰੀ ਦੇ ਨਾਲ ਕੰਪੇਅਰ ਕਰ ਸਕੇ, ਇਵੈਲੂਏਟ ਕਰ ਸਕੇ, ਠੀਕ ਹੈ, ਵਾਅਦਾ ਕਰ ਸਕੇ ਜਾਂ ਇਨਫੋਰਮੇਸ਼ਨ ਨੂੰ ਜੱਜ ਕਰ ਸਕੇ ਵੀ ਮੈਂ ਫਾਈਨੈਂਸ਼ੀਅਲ ਪੋਜੀਸ਼ਨ 'ਤੇ ਕਿਹੜੀ ਜਗ੍ਹਾ 'ਤੇ ਸਟੈਂਡ ਕਰ ਰਿਹਾ, ਮੇਰੇ ਬਿਜ਼ਨਸ ਦੀ ਪਰਫੋਰਮੈਂਸ ਕੀ ਚੱਲ ਰਹੀ ਆ, ਕਿਹੜੇ ਚੇਂਜਸ ਆ ਜਿਹੜੇ ਮੇਰੀ ਫਾਈਨੈਂਸ਼ੀਅਲ ਪੋਜੀਸ਼ਨ ਦੇ ਵਿੱਚ ਹੋ ਸਕਦੇ ਆ ਜਾਂ ਮੈਨੂੰ ਕਰਨੇ ਚਾਹੀਦੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕੰਪੈਰੇਟਿਵਿਲਿਟੀ ਦੇ ਵਿੱਚ ਪਤਾ ਚੱਲਦੀਆਂ ਵੀ ਜਦੋਂ ਕਿਸੇ ਚੀਜ਼ ਨੂੰ ਆਪਸ ਦੇ ਵਿੱਚ ਕੰਪੇਅਰ ਕਰਦੇ ਆ। ਕੰਪੇਰੇਬਿਲਟੀ ਹੈ ਜਿਹੜੀ ਉਹ ਚੀਜ਼ਾਂ ਨੂੰ ਸੌਖਾ ਕਰ ਦਿੰਦੀ ਆ ਕਿ ਬਿਜ਼ਨਸਮੈਨ ਆਪਣੀ ਰਿਕਾਰਡਸ ਔਰ ਦੂਸਰੇ ਦੇ ਰਿਕਾਰਡਸ ਨੂੰ ਆਪਸ ਦੇ ਵਿੱਚ ਮਿਲਾ ਕੇ ਆਪਦੀਆਂ ਗਲਤੀਆਂ ਨੂੰ ਇੰਪਰੂਵ ਕਰ ਸਕਦਾ। ਨੈਕਸਟ ਹੈ ਸਾਡੇ ਕੋਲੇ ਬ੍ਰਾਂਚਿਸ ਨੂੰ ਅਸੀਂ ਸਿੰਪਲ ਵਰਡ ਦੇ ਵਿੱਚ ਸ਼ਾਖਾਵਾਂ ਬੋਲਦੇ ਹਾਂ, ਠੀਕ ਹੈ। ਸ਼ਾਖਾਵਾਂ ਦਾ ਮਤਲਬ ਹੁੰਦਾ ਕਿ ਹੋਰ ਕਿਹੜੇ ਕਹਿ ਸਕਦੇ ਹਾਂ ਕਿ ਸਾਡੇ ਕੋਲੇ ਕਹਿ ਸਕਦੇ ਹਾਂ ਕਿ ਸੋਰਸਿਸ ਹੈਗੇ ਆ ਫਾਈਨੈਂਸ਼ੀਅਲ ਇਨਫੋਰਮੇਸ਼ਨਸ ਨੂੰ ਰਿਸੀਵ ਕਰਨ ਦੇ ਲਈ। 3 ਤਰ੍ਹਾਂ ਦੇ ਹੋਣਗੇ। ਫਸਟ ਹੋਏਗਾ ਫਾਈਨੈਂਸ਼ੀਅਲ ਅਕਾਊਂਟਿੰਗ, ਸੈਕਿੰਡ ਕੋਸਟ ਅਕਾਊਂਟਿੰਗ, ਥਰਡ ਹੋਏਗਾ ਮੈਨੇਜਮੈਂਟ ਅਕਾਊਂਟਿੰਗ। ਫਾਈਨੈਂਸ਼ੀਅਲ ਅਕਾਊਂਟਿੰਗ ਨੂੰ ਅਸੀਂ ਵਿੱਤੀ ਲੇਖਾ ਬੋਲਦੇ ਹਾਂ। ਇਸ ਅਕਾਊਂਟਿੰਗ ਦੇ ਵਿੱਚ ਜਿਹੜੀ ਵੀ ਸਾਡੇ ਕੋਲ ਅਕਾਊਂਟ ਦੀ ਇਨਫੋਰਮੇਸ਼ਨ ਹੋਏਗੀ ਉਹਨੂੰ ਰਿਕਾਰਡ ਕਰਿਆ ਜਾਂਦਾ, ਠੀਕ ਹੈ। ਫਿਰ ਉਹਨੂੰ ਅਲੱਗ-ਅਲੱਗ ਜਗ੍ਹਾ 'ਤੇ ਕਲਾਸੀਫਾਈ ਕਰਿਆ ਜਾਂਦਾ, ਫਿਰ ਉਹਦੀ ਇੱਕ ਸਮਰੀ ਤਿਆਰ ਕੀਤੀ ਜਾਂਦੀ ਆ ਜੋ ਕਿ ਇੱਕ ਬਿਜ਼ਨਸ ਦੇ ਅਕਾਊਂਟਿੰਗ ਸਾਲ ਦੇ ਵਿੱਚ ਰੱਖੀ ਜਾਂਦੀ ਆ, ਜਿਹਦਾ ਸਿਰਫ ਔਰ ਸਿਰਫ ਇੱਕੋ ਹੀ ਮਤਲਬ ਹੋਏਗਾ ਕਿ ਉਹਨਾਂ ਨੇ ਪ੍ਰੋਫਿਟ ਨੂੰ ਅਰਨ ਕਰਨਾ, ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਗੇਨ ਕਰਨਾ, ਪ੍ਰੋਫਿਟ ਨੂੰ ਅਰਨ ਕਰਨਾ। ਔਰ ਇਹ ਇੱਕ ਪਰਟੀਕੂਲਰ ਪੀਰੀਅਡ ਦੇ ਲਈ ਹੋਊਗਾ। ਇਹ ਕਹਿ ਸਕਦੇ ਹਾਂ ਕਿ 1 ਸਾਲ ਦੇ ਲਈ ਜਾਂ ਇੱਕ ਫਾਈਨੈਂਸ਼ੀਅਲ ਈਅਰ ਦੇ ਲਈ ਇਹ ਪ੍ਰਪੇਅਰ ਕੀਤਾ ਜਾਊਗਾ, ਜਿਹਦੇ ਵਿੱਚ ਲਾਸਟ 'ਤੇ ਬੈਲੈਂਸ ਸ਼ੀਟ ਸ਼ੋਅ ਕੀਤੀ ਜਾਏਗੀ ਜੋ ਕਿ ਬਿਲਕੁਲ ਐਂਡ 'ਤੇ ਸ਼ੋਅ ਕੀਤੀ ਜਾਊਗੀ। ਜਦੋਂ ਜਿਹੜਾ ਇੱਕ ਪੀਰੀਅਡ ਆ ਫਾਈਨੈਂਸ਼ੀਅਲ ਪੀਰੀਅਡ ਜਦੋਂ ਖਤਮ ਹੋ ਜਾਂਦਾ ਉਦੋਂ ਇਹਦਾ ਰਿਜ਼ਲਟ ਆ ਜਿਹੜਾ ਸਾਨੂੰ ਬੈਲੈਂਸ ਸ਼ੀਟ ਤੋਂ ਕਲੀਅਰ ਹੋ ਜਾਂਦਾ। ਕੋਸਟ ਅਕਾਊਂਟਿੰਗ ਹੁੰਦੀ ਆ, ਕੋਸਟ ਦਾ ਮਤਲਬ ਹੁੰਦਾ ਕਿ ਲਾਗਤ, ਕਿ ਕਿੰਨਾ ਖਰਚਾ ਆ, ਠੀਕ ਹੈ। ਕੋਸਟ ਅਕਾਊਂਟਿੰਗ ਸਾਨੂੰ ਇਹ ਦੱਸਦੀ ਹੈ ਵੀ ਸਾਨੂੰ ਕੋਈ ਵੀ ਸਮਾਨ ਬਣਾਉਣ ਦੇ ਵਿੱਚ ਕਿੰਨਾ ਖਰਚਾ ਆ, ਕਿੰਨਾ ਉਹਦੇ 'ਤੇ ਪੈਸਾ ਲੱਗਿਆ ਜਾਂ ਕਿੰਨਾ ਕਿਸੇ ਮਟੀਰੀਅਲ ਨੂੰ ਖਰੀਦਣ ਦਾ ਇੱਕ ਕੋਸਟ ਸੀਗੀ। ਤਾਂ ਕੋਸਟ ਅਕਾਊਂਟਿੰਗ ਆ ਜਿਹੜੀ ਉਹ ਚੀਜ਼ਾਂ ਦੀ ਆਇਡੈਂਟੀਫਿਕੇਸ਼ਨ, ਪਹਿਚਾਣ ਜਿਹਨੂੰ ਕਹਿ ਸਕਦੇ ਹਾਂ, ਕਲਾਸੀਫਿਕੇਸ਼ਨ ਵੀ ਉਹਨੂੰ ਅਲੱਗ-ਅਲੱਗ ਜਗ੍ਹਾ 'ਤੇ ਕਲਾਸੀਫਾਈ ਕਰਨਾ, ਠੀਕ ਹੈ, ਵਰਗੀਕਰਨ ਵੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਠੀਕ ਹੈ, ਮੈਨੇਜਮੈਂਟ ਕਿਵੇਂ ਉਹਨੂੰ ਸੰਭਾਲਣਾ ਮਟੀਰੀਅਲ ਨੂੰ, ਠੀਕ ਹੈ, ਜਾਂ ਕਿਸ ਤਰੀਕੇ ਨਾਲ ਉਹਨਾਂ ਦੀਆਂ ਇਨਫੋਰਮੇਸ਼ਨਸ ਨੂੰ ਰਿਕਾਰਡ ਕਰਨਾ, ਜਾਣੀ ਕਿ ਕਿਹੜੀ ਜਗ੍ਹਾ ਤੋਂ ਕਿਹੜਾ ਮਟੀਰੀਅਲ ਆਇਆ, ਕਿੰਨੀ ਪ੍ਰਾਈਸ ਦਾ ਆਇਆ, ਪਰ ਯੂਨਿਟ ਪ੍ਰਾਈਸ ਕਿੰਨਾ ਸੀ, ਇਹ ਸਾਰੀਆਂ ਚੀਜ਼ਾਂ। ਔਰ ਲਾਸਟ 'ਤੇ ਫਿਰ ਉਹਨਾਂ ਸਾਰਿਆਂ ਦੀ ਇੱਕ ਸਮਰੀ ਤਿਆਰ ਕਰਨੀ ਵੀ ਅਸੀਂ ਕਿੰਨੇ ਜ਼ਿਆਦਾ ਮਟੀਰੀਅਲ ਨੂੰ ਪਰਚੇਜ਼ ਕੀਤਾ, ਕਿੰਨਾ ਜ਼ਿਆਦਾ ਮਟੀਰੀਅਲ ਸਾਡੇ ਕੋਲ ਸੇਲ ਹੋ ਗਿਆ। ਇੱਕ ਸਮਰੀ ਤਿਆਰ ਕੀਤੀ ਜਾਂਦੀ ਹੈ ਕਿਸੇ ਵੀ ਮਟੀਰੀਅਲ ਨੂੰ ਬਣਾਉਣ ਦੀ ਔਰ ਉਸ ਨੂੰ ਸੇਲ ਕਰਨ ਦੀ, ਜਾਣੀ ਕਿ ਪੂਰਾ ਕੰਸੈਪਟ ਇਸ ਦੇ ਵਿੱਚ ਕੋਸਟ ਨੂੰ ਖਰੀਦਣ ਤੋਂ ਲੈ ਕੇ ਉਹਨੂੰ ਕੰਟਰੋਲ ਕਰਨ ਤੱਕ ਔਰ ਉਹਨੂੰ ਵਰਤਣ ਤੱਕ ਦੀ ਇਨਫੋਰਮੇਸ਼ਨ ਦੇ ਨਾਲ ਡੀਲ ਕਰਦਾ, ਕਿਸੇ ਮਟੀਰੀਅਲ ਨੂੰ ਬਣਾਉਣ ਦੀ ਲਾਗਤ ਦੇ ਨਾਲ ਜੁੜਿਆ ਹੋਇਆ। ਇਹਦੇ ਵਿੱਚ ਸਟੈਂਡਰਡ ਕੋਸਟਿੰਗ ਜਿਹੜੇ ਹੋਣਗੇ,
ठीक है, और एक मार्जिनल कॉस्टिंग और अपॉर्चुनिटी कॉस्ट एनालिसिस है ਜਿਹੜੇ ਇਹਨਾਂ ਨੂੰ ਦਿਖਾਇਆ ਜਾਏਗਾ। ਸਟੈਂਡਰਡ ਕਾਸਟਿੰਗ ਦਾ ਮਤਲਬ ਹੁੰਦਾ ਕਿ ਇੱਕ ਸਟੈਂਡਰਡ ਫਿਕਸ ਕਰ ਲੈਂਦੇ ਆ ਵੀ ਅਸੀਂ ਇਸ ਤੋਂ ਜ਼ਿਆਦਾ ਪੈਸੇ ਨਹੀਂ ਖਰਚਣੇ, ਵੀ ਇਸ ਤੋਂ ਘੱਟ ਅਸੀਂ ਪੈਸੇ ਖਰਚਣੇ ਆ। ਮੰਨ ਲਓ ਕਿ ਇੱਕ ਬਿਜ਼ਨਸਮੈਨ ਮੰਨ ਕੇ ਚੱਲਦਾ ਕਿ ਮੈਂ 10,000 ਤੱਕ ਦਾ ਮਟੀਰੀਅਲ ਲੈਣਾ, ਉਸ ਤੋਂ ਵੱਧ 11 ਦਾ ਨਹੀਂ ਲੈ ਕੇ ਆਊਂਗਾ, ਤਾਂ ਉਹਦਾ ਇੱਕ ਸਟੈਂਡਰਡ ਫਿਕਸ ਆ। ਮਾਰਜਨਲ ਕਾਸਟ ਹੋਊਗੀ ਵੀ ਉਹਦੀ ਇੱਕ ਜਿਹੜੀ ਸਹੀ ਕਾਸਟ ਆ, ਸਹੀ ਰੇਟ ਆ ਜਿਹੜਾ ਕਿੰਨਾ ਮਿਲਿਆ ਉਹਨੂੰ, ਠੀਕ ਹੈ, ਸਾਰੀਆਂ ਚੀਜ਼ਾਂ ਡਿਸਕਸ ਕਰਨ ਤੋਂ ਬਾਅਦ। ਓਪਰਚੁਨਿਟੀ ਕਾਸਟ ਹੋਊਗੀ ਵੀ ਜਿਵੇਂ ਮੰਨ ਲਓ ਇੱਕ ਪਰਸਨ ਆ ਜਿਹੜਾ ਉਹਨੂੰ 10,000 ਦਾ ਸਮਾਨ ਦੇ ਰਿਹਾ, ਉਹੀ ਸਮਾਨ ਕੋਈ ਹੋਰ ਜਿਹੜਾ ਸੈਲਰ ਆ ਉਹਨੂੰ 9,000 ਦਾ ਦੇ ਰਿਹਾ, ਤਾਂ ਉਸ ਟਾਈਮ 'ਤੇ ਜਿਹੜੀ ਉਹਦੀ ਓਪਰਚੁਨਿਟੀ ਕਾਸਟ ਕੀ ਹੋਊਗੀ, 9,000 ਹੋਊਗੀ, ਕਿਉਂਕਿ ਉਹ 10 ਨੂੰ ਛੱਡ ਕੇ 9 ਵਾਲੀ ਸਾਈਡ ਚਲਿਆ ਜਾਏਗਾ। ਤਾਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਣਗੀਆਂ ਕਾਸਟ ਅਕਾਊਂਟਿੰਗ ਦੇ ਵਿੱਚ। ਅੱਗੇ ਹੈ ਸਾਡੇ ਕੋਲੇ ਮੈਨੇਜਮੈਂਟ ਅਕਾਊਂਟਿੰਗ। ਮੈਨੇਜਮੈਂਟ ਦਾ ਮਤਲਬ ਹੁੰਦਾ ਕਿ ਪ੍ਰਬੰਧ ਕਰਨਾ, ਕਿਸੇ ਚੀਜ਼ ਨੂੰ ਕੰਟਰੋਲ ਕਰਨਾ, ਚੀਜ਼ਾਂ ਨੂੰ ਸਮਝਣਾ। ਮੈਨੇਜਮੈਂਟ ਆ ਜਿਹੜੀ ਉਹ ਕਿਸੇ ਵੀ ਤਰੀਕੇ ਦਾ ਜਿਹੜਾ ਕੰਮ ਚੱਲ ਰਿਹਾ ਹੋਊਗਾ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੂਗੀ। ਤਾਂ ਜੇ ਅਕਾਊਂਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮੈਨੇਜਮੈਂਟ ਆ ਜਿਹੜੀ ਜਿਹੜਾ ਪ੍ਰਬੰਧਕ ਹੋਏਗਾ ਉਹ ਅਕਾਊਂਟਸ ਦੀ ਕਰੇਗਾ, ਠੀਕ ਹੈ। ਪ੍ਰਬੰਧਕੀ ਲੇਖਾ ਇਸ ਲਈ ਉਹਨੂੰ ਬੋਲਿਆ ਜਾਂਦਾ ਜੋ ਪੂਰੀ ਤਰ੍ਹਾਂ ਡੀਲ ਕਰਦੇ ਆ ਕਿਸ ਚੀਜ਼ ਦੇ ਨਾਲ, ਅਚੀਵਮੈਂਟ ਆਫ ਪ੍ਰੀ ਡਿਟਰਮਾਈਨਡ ਆਬਜੈਕਟਿਵ ਆਫ ਦਾ ਆਰਗੇਨਾਈਜੇਸ਼ਨ। ਪ੍ਰੀ ਡਿਟਰਮਾਈਨ ਦਾ ਮਤਲਬ ਹੁੰਦਾ ਕਿ ਪਹਿਲਾਂ ਡਿਸਾਈਡ ਕੀਤੇ ਗੋਲਸ ਜਿਹੜੇ, ਜਾਂ ਪਹਿਲਾਂ ਜੋ ਚੀਜ਼ਾਂ ਉਹਨਾਂ ਨੇ ਆਪਣੇ ਮਾਈਂਡ ਦੇ ਵਿੱਚ ਡਿਸਾਈਡ ਕੀਤੀਆਂ, ਉਹਨਾਂ ਪ੍ਰੀ ਡਿਟਰਮਾਈਨਡ ਜਿਹੜੇ ਗੋਲਸ ਨੇ ਉਹਨਾਂ ਦੇ ਜ਼ਰੀਏ ਉਹਨਾਂ ਦੀ ਹੈਲਪ ਦੇ ਨਾਲ ਅਚੀਵ ਕਰਨ ਦੀ ਕੋਸ਼ਿਸ਼ ਕਰਦੀ ਹੈ ਆਪਣੇ ਗੋਲਸ ਨੂੰ। ਔਰ ਇਹ ਜਿਹੜੀ ਮੈਨੇਜਮੈਂਟ ਆ ਉਹਨਾਂ ਦੇ ਮੇਨ ਫੰਕਸ਼ਨਸ ਕੀ ਹੋਣਗੇ। ਫੰਕਸ਼ਨਸ ਦਾ ਮਤਲਬ ਹੁੰਦਾ ਕੰਮ, ਕਿ ਸਭ ਤੋਂ ਪਹਿਲਾਂ ਉਹਨਾਂ ਨੇ ਹਰ ਇੱਕ ਕੰਮ ਨੂੰ ਪਲਾਨ ਕਰਨਾ, ਠੀਕ ਹੈ। ਪਲੈਨਿੰਗ ਦੇ ਵਿੱਚ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਨੂੰ ਸੋਚਣ ਦੀ ਗੱਲ ਆ ਜਾਂਦੀ ਆ ਕਿ ਥਿੰਕਿੰਗ ਬਿਫੋਰ ਡੂਇੰਗ, ਕੁਛ ਵੀ ਕੰਮ ਕਰਨ ਤੋਂ ਪਹਿਲਾਂ ਉਹਨੂੰ ਸੋਚਣਾ, ਪਲਾਨ ਕਰਨਾ, ਫਿਰ ਉਸ ਪਲਾਨ ਦੇ ਮੁਤਾਬਿਕ ਆਪਣੇ ਕੰਮਾਂ ਨੂੰ ਸਾਰਿਆਂ ਨੂੰ ਅਰੇਂਜ ਕਰਨਾ, ਔਰਗੇਨਾਈਜ਼ ਕਰਨਾ, ਠੀਕ ਹੈ। ਦੇਖਣਾ ਵੀ ਕਿਹੜਾ ਕੰਮ ਕਦੋਂ ਔਰਗੇਨਾਈਜ਼ ਕਰ ਸਕਦੇ ਹਾਂ, ਕਦੋਂ ਸਟਾਰਟ ਕਰ ਸਕਦੇ ਹਾਂ, ਕਿੱਥੇ ਸਟਾਰਟ ਕਰ ਸਕਦੇ ਹਾਂ, ਕਿਹਦੀ ਹੈਲਪ ਦੇ ਨਾਲ ਸਟਾਰਟ ਕਰ ਸਕਦੇ ਹਾਂ। ਡਾਇਰੈਕਸ਼ਨ ਹੁੰਦਾ ਕਿਸੇ ਨੂੰ ਰਸਤਾ ਦਿਖਾਉਣਾ, ਠੀਕ ਹੈ। ਡਾਇਰੈਕਸ਼ਨ ਹੁੰਦਾ ਕਿ ਜਿਹੜਾ ਮੈਨੇਜਰ ਆ ਆਪਣੇ ਵਰਕਰਸ ਨੂੰ ਗਾਈਡ ਕਰਦਾ, ਠੀਕ ਹੈ, ਉਹਨਾਂ ਨੂੰ ਇੱਕ ਰਸਤਾ ਦਿਖਾਉਂਦਾ ਵੀ ਤੁਸੀਂ ਕਿਵੇਂ ਵਧੀਆ ਕੰਮ ਕਰ ਸਕਦੇ ਹੋ, ਕਿਹੜੇ ਕਿਹੜੇ ਕੰਮ ਕਰਨੇ ਆ, ਤੁਸੀਂ ਕਦੋਂ ਕਰਨੇ ਆ, ਠੀਕ ਹੈ, ਕੌਣ ਜਿਹੜਾ ਸੁਟੇਬਲ ਹੋਏਗਾ ਇਸ ਕੰਮ ਨੂੰ ਕਰਨ ਦੇ ਲਈ। ਫਿਰ ਹੋ ਜਾਏਗੀ ਮੋਟੀਵੇਸ਼ਨ। ਮੋਟੀਵੇਸ਼ਨ ਕਰਨਾ ਹੁੰਦਾ ਕਿਸੇ ਪਰਸਨ ਨੂੰ ਉਤਸ਼ਾਹਿਤ ਕਰਨਾ ਵੀ ਉਹਨੂੰ ਕਹਿਣਾ ਵੀ ਤੁਸੀਂ ਆਪਣਾ ਕੰਮ ਕਿਵੇਂ ਵਧੀਆ ਤਰੀਕੇ ਨਾਲ ਕਰਨਾ। ਮੋਟੀਵੇਸ਼ਨ ਕਈ ਤਰ੍ਹਾਂ ਦੀ ਹੋ ਸਕਦੀ ਹੈ, ਜਿਵੇਂ ਕਈ ਵਾਰੀ ਉਹਨਾਂ ਨੂੰ ਬੋਨਸ ਪ੍ਰੋਵਾਈਡ ਕਰ ਦੇਣਾ ਵਧੀਆ ਕੰਮ ਕਰਨ ਦੇ ਲਈ, ਠੀਕ ਹੈ। ਉਹਨਾਂ ਨੂੰ ਇਹ ਕਹਿਣਾ ਵੀ ਜੋ ਜ਼ਿਆਦਾ ਵਧੀਆ ਕਰੂਗਾ ਉਹਦੀ ਸੈਲਰੀ ਇਹਦੇ ਵਿੱਚ ਇਨਕਰੀਜ਼ ਹੋ ਜਾਊਗਾ, ਇਹ ਵੀ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਆ। ਜਾਂ ਉਹਨਾਂ ਨੂੰ ਵੈਸੇ ਹੀ ਜਿਹੜੀਆਂ ਕਹਿ ਸਕਦੇ ਹਾਂ ਕਿ ਜਿਹੜੇ ਉਹਨਾਂ ਦੇ ਸੀਨੀਅਰਸ ਹੋਣਗੇ ਉਹਨਾਂ ਦੀਆਂ ਐਗਜ਼ਾਮਪਲਸ ਦੱਸਣੀਆਂ ਵੀ ਇਹ ਪਹਿਲਾਂ ਜਦੋਂ ਆਏ ਸੀ ਇਸ ਤਰੀਕੇ ਨਾਲ ਕੰਮ ਕਰਦੇ ਸੀ, ਹੁਣ ਇਹਨਾਂ ਦੀ ਪਰਫੋਰਮੈਂਸ ਇੰਨੀ ਜ਼ਿਆਦਾ ਹਾਈ ਆ, ਠੀਕ ਹੈ। ਇੱਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਹੋਰ ਜ਼ਿਆਦਾ ਕੰਮ ਕਰਨ ਦੇ ਲਈ ਮੋਟੀਵੇਟ ਕਰਦੀਆਂ। ਫਿਰ ਜੇ ਕਿਤੇ ਕੋਈ ਚੀਜ਼ ਕੰਟਰੋਲ ਕਰਨ ਵਾਲੀ ਹੈ, ਕੰਟਰੋਲ ਕਰਨ ਦੇ ਵਿੱਚ ਕੀ ਹੁੰਦਾ ਵੀ ਕਿਤੇ ਕੋਈ ਨੁਕਸਾਨ ਹੋ ਰਿਹਾ, ਜਿੱਥੇ ਖਰਚਾ ਜ਼ਿਆਦਾ ਹੋ ਰਿਹਾ, ਜਾਂ ਕੋਈ ਵੀ ਕੰਮ ਹੈ ਜਿੱਥੇ ਕੰਟਰੋਲ ਕੀਤਾ ਜਾ ਸਕਦਾ, ਉਹ ਸਾਰੀਆਂ ਚੀਜ਼ਾਂ ਦਾ ਧਿਆਨ ਕਿਹਨੇ ਰੱਖਣਾ ਹੈ, ਮੈਨੇਜਮੈਂਟ ਨੇ। ਤਾਂ ਇਹ ਕਹਿ ਸਕਦੇ ਕਿ ਇਹਨਾਂ ਦਾ ਸਾਰਾ ਜਿਹੜਾ ਕੰਮ ਆ ਮੈਨੇਜਮੈਂਟ ਦਾ ਉਹ ਸਿਸਟਮੈਟਿਕ ਰਿਕਾਰਡ ਦੇ ਨਾਲ ਜੁੜਿਆ, ਜਿਹਦੇ ਵਿੱਚ ਫਾਈਨੈਂਸ਼ੀਅਲ ਰਿਜ਼ਲਟ ਤੋਂ ਲੈ ਕੇ ਉਹਨਾਂ ਨੇ ਸਾਰੇ ਬਿਜ਼ਨਸ ਦੀਆਂ ਜਿੰਨੀਆਂ ਵੀ ਕੰਮ ਚੱਲ ਰਹੇ ਆ, ਜੋ ਵੀ ਚੱਲ ਰਿਹਾ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ। ਤਾਂ ਇਸੇ ਲਈ ਮੈਨੇਜਮੈਂਟ ਅਕਾਊਂਟਿੰਗ ਆ ਜਿਹੜੀ ਉਹ ਰਿਪੋਰਟ ਔਰ ਰਿਜ਼ਲਟ ਦੇ ਨਾਲ ਪ੍ਰੋਪਰਲੀ ਜੁੜੀ ਆ। ਉਹਨਾਂ ਦਾ ਮੇਨ ਮੋਟਿਵ ਹੁੰਦਾ ਕਿ ਸਾਨੂੰ ਹਰ ਟਾਈਮ ਇਨਫੋਰਮੇਸ਼ਨ ਹੈ ਜਿਹੜੀ ਉਹ ਰਿਸੀਵ ਹੁੰਦੀ ਰਹੇ। ਸੋ ਇਹ ਸੀ ਅੱਜ ਦੇ ਤੁਹਾਡੇ ਕੰਸੈਪਟ। ਆਈ ਹੋਪ ਕਿ ਤੁਸੀਂ ਇਹਨਾਂ ਨੂੰ ਸਮਝਿਆ ਹੋਏਗਾ। ਐਂਡ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਤੁਸੀਂ ਵਿਦਆਊਟ ਐਨੀ ਡਾਊਟ ਕਲੀਅਰ ਕਰ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।